ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦੀ ਚੌਥੀ ਪੌੜੀ ਤੋਂ ਵਿਆਖਿਆ ਸਰਵਣ ਕਰੋ। ਮਹਾਰਾਜ ਬਚਨ ਕਰਦੇ ਹਨ, ਜਬ ਲਗ ਜਾਣੈ ਮੁਝ ਤੇ ਕਛ ਹੋਏ। ਮਹਾਰਾਜ ਕਹਿੰਦੇ ਜਦੋਂ ਤੱਕ ਇਹ ਬੰਦਾ ਜਾਣਦਾ ਨਾ ਵੀ ਮੇਰੇ ਤੋਂ ਕੁਝ ਹੁੰਦਾ, ਆਪਣੀ ਹਉਮੈ ਦੇ ਵਿੱਚ ਆ ਕੇ ਵੀ ਮੇਰੇ ਤੋਂ ਹੀ ਹੋ ਰਿਹਾ ਜੋ ਕੁਝ ਹੋ ਰਿਹਾ ਹੈ, ਆਪਣੇ ਆਪ ਨੂੰ ਕਰਤਾ ਮੰਨ ਬੈਠਦਾ, ਤਬ ਇਸ ਕਉ ਸੁਖ ਨਾਹੀ ਕੋਏ। ਤਦੋਂ ਤੱਕ ਮਹਾਰਾਜ ਕਹਿਣਗੇ ਤਦੋਂ ਫਿਰ ਇਸ ਨੂੰ ਦੁਨੀਆ ਦਾ ਕੋਈ ਸੁਖ ਨਹੀਂ ਪ੍ਰਾਪਤ ਹੁੰਦਾ ਹੈਗਾ। ਆਪਣੀ ਹਉ ਕਰਕੇ ਉਦਾਂ ਹੀ ਆਪਣੇ ਅੰਦਰ ਹੀ ਪੀੜਿਤ ਰਹਿੰਦਾ। ਮਹਾਰਾਜ ਕਹਿਣ ਲੱਗੇ, ਜਬ ਇਹ ਜਾਣੈ ਮੈਂ ਕਿਛ ਕਰਤਾ, ਜਦੋਂ ਇਹ ਬੰਦਾ ਜਾਣਦਾ ਵੀ ਮੈਂ ਕੁਝ ਕਰ ਰਿਹਾ, ਮੈਂ ਕੁਝ ਕਰਦਾ, ਮੇਰੇ ਹੱਥ 'ਚ ਤਾਕਤ ਹੈ, ਮੇਰੇ ਹੱਥ 'ਚ ਪਾਵਰ ਹੈ। ਇਹਨੂੰ ਮੂਰਖ ਨੂੰ ਇਹ ਨਹੀਂ ਪਤਾ। ਉਹ ਜਿਵੇਂ ਬਚਨ ਆਉਂਦਾ ਨਾ ਸਤਿਗੁਰੂ ਸਾਹਿਬ ਜੀ ਦਾ, ਜਬ ਆਪਣੀ ਜੋਤ ਖਿੰਚਹਿ ਤੂੰ ਸੁਆਮੀ, ਕੋਈ ਕਰੋ ਦਿਖਾ ਵਖਿਆਨਾ। ਮਹਾਰਾਜ ਕਹਿੰਦੇ ਹੈ ਵਾਹਿਗੁਰੂ, ਜਦੋਂ ਤੂੰ ਆਪਣੀ ਜੋਤ ਇਸ ਬੰਦੇ ਦੇ ਅੰਦਰੋਂ ਖਿੱਚ ਲੈਣਾ, ਜਿਹੜੀ ਜੋਤ ਦੇ ਸਹਾਰੇ, ਜਿਹੜੀ ਸ਼ਕਤੀ ਦੇ ਸਹਾਰੇ ਬੰਦਾ ਤੁਰਿਆ ਫਿਰਦਾ, ਜਦੋਂ ਤੂੰ ਮਹਾਰਾਜ ਇਹਦੇ ਅੰਦਰੋਂ ਉਹ ਜੋਤ ਹੀ ਖਿੱਚ ਲੈਣਾ ਆਪਣੀ, ਫਿਰ ਕਰਕੇ ਦਿਖਾਵੇ ਤਾਂ ਇਹ ਕੁਝ। ਮਹਾਰਾਜ ਕਹਿਣ ਲੱਗੇ ਫਿਰ ਤਾਂ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ। ਜਿਵੇਂ ਕਬੀਰ ਜੀ ਕਹਿੰਦੇ ਹਨ, ਉਹ ਕਹਿੰਦੇ ਹਨ, ਚਰਨ ਰਹੇ ਕਰ ਢਰਕ ਪਰੇ ਹੈ, ਮੁਖ ਨਾ ਨਿਕਸੈ ਬਾਤਾ। ਕਹਿੰਦੇ ਫਿਰ ਤਾਂ ਬੰਦੇ ਦੇ ਪੈਰ ਜਿਹੜੇ ਤੁਰਨ ਵਾਲੇ ਹੈ ਉਹ ਤੁਰਨੋਂ ਰਹਿ ਜਾਂਦੇ, ਫਿਰ ਜਿਹੜੇ ਹੱਥ ਨੇ ਉਹ ਢਲਕ ਕੇ ਥੱਲੇ ਨੂੰ ਲਟਕ ਜਾਂਦੇ, ਡਿੱਗ ਪੈਂਦੇ। ਤੇ ਉਹੀ ਜ਼ਬਾਨ ਜਿਹੜੀ ਠਾਹ ਠਾਹ ਕਰਕੇ ਬੋਲਦੀ ਹੁੰਦੀ ਆ ਨਾ, ਫਿਰ ਉਹੀ ਜ਼ਬਾਨ ਐਨ ਸ਼ਾਂਤ ਹੋ ਜਾਂਦੀ ਆ, ਮੂੰਹ ਚੋਂ ਕੋਈ ਗੱਲ ਹੀ ਨਹੀਂ ਨਿਕਲਦੀ। ਕਹਿੰਦੇ ਕੁਝ ਕਰਕੇ ਤਾਂ ਦਿਖਾਵੇ ਪਰਮਾਤਮਾ ਦੀ ਜੋਤ ਤੋਂ ਬਿਨਾਂ। ਇਸ ਕਰਕੇ ਮਹਾਰਾਜ ਕਹਿੰਦੇ ਇਹ ਬੰਦਾ ਉਦਾਂ ਹੀ ਹੰਕਾਰ ਕਰਦਾ ਵੀ ਮੈਂ ਕੁਝ ਕਰਦਾ। ਜਦੋਂ ਤੱਕ ਮਹਾਰਾਜ ਕਹਿੰਦੇ ਜਬ ਇਹ ਜਾਣੈ ਮੈਂ ਕਿਛ ਕਰਤਾ, ਜਦੋਂ ਇਹ ਬੰਦਾ ਸਮਝਦਾ ਮੈਂ ਕੁਝ ਕਰਦਾ, ਤਬ ਲਗ ਗਰਭ ਜੋਨ ਮਹਿ ਫਿਰਤਾ। ਉਦੋਂ ਤੱਕ ਮਹਾਰਾਜ ਕਹਿਣ ਲੱਗੇ ਇਹ ਮਾਂ ਦੇ ਗਰਭ ਦੇ ਵਿੱਚ ਜਿਹੜੀਆਂ ਗਰਭ ਜੂਨੀਆਂ ਨੇ, ਬਾਰ-ਬਾਰ ਮਾਂ ਦੇ ਪੇਟ ਦੇ ਵਿੱਚ ਪੁੱਠੇ ਲਟਕਦੇ ਰਹਿਣਾ, ਉਸ ਅੰਦਰ ਦੇ ਨਰਕ ਨੂੰ ਭੋਗਦੇ ਰਹਿਣਾ, ਗਰਭ ਜੂਨਾਂ ਵਿੱਚ ਹੀ ਫਿਰਦਾ ਰਹਿੰਦਾ। ਮਹਾਰਾਜ ਕਹਿਣ ਲੱਗੇ ਹਉਮੈ ਦਾ ਇਹਨੂੰ ਇਹ ਫਲ ਮਿਲਦਾ। ਜਬ ਧਾਰੈ ਕੋ ਬੈਰੀ ਮੀਤ। ਮਹਾਰਾਜ ਕਹਿਣ ਲੱਗੇ ਜਦੋਂ ਇਹ ਕੁਝ, ਇਹ ਜਿਹੜਾ ਬਚਨ ਸਾਡੇ ਬੜੇ ਕੰਮ ਦਾ। ਮਹਾਰਾਜ ਕਹਿੰਦੇ ਜਬ ਧਾਰੈ ਕੋ ਬੈਰੀ ਮੀਤ, ਜਦੋਂ ਬੰਦਾ ਮਨ ਵਿੱਚ ਇਹ ਧਾਰ ਲੈਂਦਾ ਨਾ ਮੇਰਾ ਕੋਈ ਵੈਰੀ ਵੀ ਹੈ, ਮੇਰਾ ਕੋਈ ਮਿੱਤਰ ਹੈ। ਕਿਉਂਕਿ ਅਗਲੀ ਪੰਕਤੀ ਸੁਣੋ, ਮਹਾਰਾਜ ਕਹਿੰਦੇ ਜਬ ਧਾਰੈ ਕੋ ਬੈਰੀ ਮੀਤ, ਜਦੋਂ ਬੰਦਾ ਆਪਣੇ ਮਨ 'ਚ ਧਾਰ ਲੈਂਦਾ ਵੀ ਫਲਾਣਾ ਮੇਰਾ ਵੈਰੀ ਹੈ ਤੇ ਫਲਾਣਾ ਮੇਰਾ ਮਿੱਤਰ ਹੈ, ਤਬ ਲਗ ਨਿਹਚਲ ਨਾਹੀ ਚੀਤ। ਉਦੋਂ ਤੱਕ ਬੰਦੇ ਦਾ ਮਨ ਕਦੇ ਵੀ ਪਰਮਾਤਮਾ ਦੇ ਭਜਨ 'ਚ ਟਿਕ ਹੀ ਨਹੀਂ ਸਕਦਾ। ਕਿਉਂਕਿ ਜਦੋਂ ਬੰਦਾ ਭਜਨ ਕਰਦਾ ਨਾ, ਸਿਮਰਨ ਕਰਦਾ, ਉਸ ਵਕਤ ਦੋ ਹੀ ਖਿਆਲ ਪੈਦਾ ਹੁੰਦੇ। ਜਾਂ ਤਾਂ ਜਿਨ੍ਹਾਂ ਦੇ ਨਾਲ ਬੰਦੇ ਦਾ ਮੋਹ ਹੁੰਦਾ, ਇਹ ਮਨ ਉਹਨਾਂ ਆਪਣੇ ਸਖਿਆਂ ਦੇ ਨਾਲ ਉਹਨਾਂ ਦੇ ਵਿੱਚ ਚੱਲ ਜਾਂਦਾ, ਜਾਂ ਉਹਨਾਂ ਦੇ ਮੋਹ ਦੇ ਵਿੱਚ ਮਗਨ ਹੋ ਜਾਂਦਾ, ਜਾਂ ਫਿਰ ਜਿਨ੍ਹਾਂ ਦੇ ਨਾਲ ਸਾਡਾ ਵੈਰ ਹੈ, ਦੁਸ਼ਮਣੀ ਹੈ, ਉਹਨਾਂ ਬਾਰੇ ਸੋਚਦਾ ਰਹਿੰਦਾ। ਦੋ ਬੰਦਿਆਂ ਬਾਰੇ ਸੋਚੂਗਾ ਇਹ, ਜਿਹਦੇ ਨਾਲ ਸਾਡੀ ਮਿੱਤਰਤਾ, ਜਾਂ ਤਾਂ ਉਹਨਾਂ ਦੇ ਮੋਹ ਦੇ ਫੁਰਨੇ ਪੈਦਾ ਹੁੰਦੇ ਜਾਣਗੇ ਆਪਣੇ ਅੰਦਰ, ਜਾਂ ਫਿਰ ਬੰਦੇ ਦੇ ਮਨ ਦੇ ਅੰਦਰ ਜਿਨ੍ਹਾਂ ਦੇ ਨਾਲ ਇਹਦੀ ਦੁਸ਼ਮਣੀ ਹੈ, ਉਹਨਾਂ ਦਾ ਅੰਦਰੋਂ ਅੰਦਰ ਹੀ ਨੁਕਸਾਨ ਸੋਚੀ ਜਾਊਗਾ ਵੀ ਉਹਦਾ ਕੱਖ ਨਾ ਰਹੇ, ਜਾਂ ਉਹਦੇ ਖਿਆਲ ਆਉਣਗੇ। ਜਾਂ ਸਿਮਰਨ ਕਰਦੇ ਹੋਏ ਮਨ ਦੋਆਂ ਥਾਵਾਂ ਤੇ ਭੱਜਦਾ, ਜਾਂ ਤਾਂ ਆਪਣਿਆਂ ਦੇ ਮੋਹ ਵੱਲ ਨੂੰ, ਜਾਂ ਦੁਸ਼ਮਣ ਦੇ ਵੱਲ ਨੂੰ, ਉਹਦਾ ਨੁਕਸਾਨ ਕਰਨ ਵਾਸਤੇ। ਇਸ ਕਰਕੇ ਜਦੋਂ ਬੰਦਾ ਵੈਰੀ ਤੇ ਮਿੱਤਰਤਾ ਵਾਲੇ ਭਾਵ ਤੋਂ ਪਾਸੇ ਹੋ ਜਾਂਦਾ, ਪਰ ਇਹ ਬਹੁਤ ਮਹਾਰਾਜ ਦੀ ਕਿਰਪਾ ਸਦਕਾ ਹੀ ਹੁੰਦਾ ਕਿਤੇ, ਵੀ ਜਦੋਂ ਬੰਦੇ ਨੂੰ ਲੱਗੇ ਨਾ ਮੇਰਾ ਕੋਈ ਮਿੱਤਰ ਹੈ, ਨਾ ਮੇਰਾ ਕੋਈ ਦੁਸ਼ਮਣ ਹੈ, ਸਾਰਿਆਂ ਵਿੱਚ ਇੱਕ ਸਮਾਨ ਵਿਚਰਦਾ, ਜਦੋਂ ਉਦੋਂ ਫਿਰ ਮਨ ਖੜ ਜਾਂਦਾ, ਮਨ ਟਿਕ ਜਾਂਦਾ, ਪਰਮਾਤਮਾ ਵਿੱਚ ਜੁੜ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਮਨ ਦੇ ਨਾ ਟਿਕਣ ਦਾ ਅਸਲੀ ਕਾਰਨ ਇਹ ਹੈ, ਇੱਕ ਤਾਂ ਬੰਦਾ ਕਿਸੇ ਨੂੰ ਆਪਣਾ ਦੁਸ਼ਮਣ ਮੰਨੀ ਬੈਠਾ, ਕਿਸੇ ਨੂੰ ਆਪਣਾ ਮਿੱਤਰ ਮੰਨੀ ਬੈਠਾ, ਇਹ ਕਾਰਨ।
ਅੱਗੇ ਮਹਾਰਾਜ ਕਹਿੰਦੇ ਜਬ ਲਗ ਮੋਹ ਮਗਨ ਸੰਗ ਮਾਏ, ਜਦੋਂ ਤੱਕ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਪਿਆ ਹੋਇਆ, ਮਾਇਆ ਦੇ ਨਾਲ ਮਗਨ ਹੋਇਆ ਰਹਿੰਦਾ, ਮਹਾਰਾਜ ਕਹਿਣ ਲੱਗੇ ਤਬ ਲਗ ਧਰਮ ਰਾਏ ਦੇ ਸਜਾਏ, ਉਦੋਂ ਤੱਕ ਧਰਮ ਰਾਜਾ ਇਹਨੂੰ ਸਜ਼ਾਵਾਂ ਹੀ ਦਿੰਦਾ। ਜਦੋਂ ਤੱਕ ਇਹ ਨਾ ਮਾਇਆ ਦੇ ਮੋਹ ਦੇ ਵਿੱਚ ਮਗਨ ਹੋਇਆ ਰਹਿੰਦਾ, ਉਦੋਂ ਤੱਕ ਫਿਰ ਧਰਮ ਰਾਜਾ ਇਹਨੂੰ ਸਜ਼ਾਵਾਂ ਹੀ ਦਿੰਦਾ। ਕਦੇ ਕਿਸੇ ਨਰਕ 'ਚ ਭੇਜਤਾ, ਕਦੇ ਕਿਸੇ ਨਰਕ 'ਚ ਭੇਜਤਾ, ਕਦੇ ਕਿਸੇ ਜੂਨ 'ਚ ਪਾਤਾ, ਕਦੇ ਕਿਸੇ ਜੂਨ 'ਚ ਪਾਤਾ। ਜਿਵੇਂ ਮਹਾਰਾਜ ਦੇ ਬਚਨ ਹਨ, ਜੇ ਕਿਸੇ ਦੇ ਅੰਦਰ ਮਰਦੇ ਹੋਏ ਵਾਸ਼ਨਾ ਰਹਿ ਜੇ, ਜਿਹਦਾ ਬਹੁਤਾ ਮੋਹ ਹੋਵੇ ਆਪਣੇ ਪੁੱਤਰ ਧੀਆਂ ਦੇ ਨਾਲ, ਤੇ ਉਹ ਬੰਦਾ ਮਰ ਕੇ ਸੂਰ ਦੀ ਜੂਨ 'ਚ ਚਲਿਆ ਜਾਂਦਾ। ਇਸ ਤਰੀਕੇ ਦੇ ਨਾਲ ਜਿਹੜਾ ਧਰਮ ਰਾਜਾ ਉਹਨਾਂ ਨੂੰ ਬਹੁਤੀ ਸਜ਼ਾ ਦਿੰਦਾ। ਤੇ ਮਹਾਰਾਜ ਕਹਿਣਗੇ ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਇਹ ਤਾਂ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਜੇ, ਫਿਰ ਬੰਦੇ ਦੇ ਮਾਇਆਵੀ ਬੰਧਨ ਟੁੱਟਦੇ ਆ। ਫਿਰ ਸਾਰਿਆਂ ਦੇ ਵਿੱਚ ਇਹ ਮੋਹ ਮਮਤਾ ਆਦਿਕ ਦੇ ਬੰਧਨ ਫੇਰ ਟੁੱਟਦੇ ਆ ਜੇ ਵਾਹਿਗੁਰੂ ਦੀ ਕਿਰਪਾ ਹੋਵੇ। ਗੁਰ ਪ੍ਰਸਾਦ ਨਾਨਕ ਹਉ ਛੂਟੈ। ਮਾਰੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਇਹਦੀ ਜਿਹੜੀ ਹਉਮੈ ਆ ਨਾ ਉਹ ਛੁੱਟ ਜਾਂਦੀ ਹੈ, ਮਿਟ ਜਾਂਦੀ ਹੈ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਹਉਮੈ ਮਿਟ ਜਾਂਦੀ ਹੈ, ਫਿਰ ਸਾਰੇ ਬੰਧਨ ਟੁੱਟ ਜਾਂਦੇ ਬੰਦੇ ਦੇ। ਅੱਗੇ ਮਹਾਰਾਜ ਬਚਨ ਕਰਦੇ ਹਨ, ਕਹਿੰਦੇ ਸਹਿਸ ਖੱਟੇ ਲੱਖ ਕਉ ਉੱਠ ਧਾਵੈ। ਹੁਣ ਬੰਦੇ ਦੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਨਾ ਉਹਦੀ ਗੱਲ ਕਰਦੇ ਆ ਮਹਾਰਾਜ। ਕਹਿੰਦੇ ਬੰਦਾ ਨਾ ਸਹਿਸ ਖੱਟੇ, ਜੇ ਬੰਦਾ 1000 ਰੁਪਈਆ ਕਮਾ ਲਵੇ, ਵੀ ਬੰਦੇ ਨੇ ਮੰਨ ਲਓ ਅੱਜ 1000 ਰੁਪਈਏ ਦੀ ਕਮਾਈ ਕਰ ਲਈ ਹੈ, 1000 ਰੁਪਈਆ ਕਮਾ ਲਿਆ, ਲੱਖ ਕਉ ਉੱਠ ਧਾਵੈ। ਮਹਾਰਾਜ ਕਹਿਣ ਲੱਗੇ ਫਿਰ ਇਹਦੀ ਤ੍ਰਿਸ਼ਨਾ ਵੱਧ ਜਾਂਦੀ ਹੈ, ਜਗਿਆਸਾ ਵੱਧਦੀ ਹੈ। ਕਹਿੰਦਾ ਹੁਣ ਮੈਂ ਲੱਖ ਰੁਪਈਆ ਕਮਾਉਣਾ, ਫਿਰ ਲੱਖ ਰੁਪਈਆ ਕਮਾਉਣ ਵਾਸਤੇ ਉੱਠ ਦੌੜਦਾ, ਫਿਰ ਉਹਦੇ ਵਾਸਤੇ ਯਤਨ ਕਰੂਗਾ, ਦੁਕਾਨ ਛੇਤੀ ਖੋਲੂਗਾ, ਓਵਰ ਟਾਈਮ ਲਾਊਗਾ, ਬੜਾ ਕੁਝ ਕਰੂਗਾ। ਫਿਰ ਇਹਦੀ ਤ੍ਰਿਸ਼ਨਾ ਵੱਧ ਜਾਂਦੀ, ਫਿਰ ਲੱਖ ਰੁਪਈਏ ਦੀ ਇਹਦੇ ਅੰਦਰ ਚਿਤਵਣੀ ਲੱਗ ਜਾਂਦੀ ਵੀ ਹੁਣ ਲੱਖ ਰੁਪਈਆ ਕਿੱਦਾਂ ਇਕੱਠਾ ਕਰਨਾ, ਹੁਣ ਲੱਖ ਰੁਪਈਏ ਤੱਕ ਕਿੱਦਾਂ ਪਹੁੰਚਾਂ ਮੈਂ। ਇਦਾਂ ਹੀ ਕਰਦੇ ਕਰਦੇ ਲੱਖ ਤੋਂ ਕਰੋੜ, ਕਰੋੜਾਂ ਤੋਂ ਅਰਬਾਂ, ਅਰਬਾਂ ਤੋਂ ਅਸੰਖ ਨੀਲ ਵੱਲ ਪਹੁੰਚ ਜਾਂਦਾ, ਪਰ ਬੰਦੇ ਦੀ ਤ੍ਰਿਸ਼ਨਾ ਹੀ ਨਹੀਂ ਬੁਝਦੀ। ਮਹਾਰਾਜ ਕਹਿਣਗੇ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਮਹਾਰਾਜ ਕਹਿਣ ਲੱਗੇ ਮਾਇਆ ਜਿਹੜੀ ਉਹਨੂੰ ਇਕੱਠੀ ਕਰ ਕਰਕੇ ਪਿੱਛੇ ਅਕਾਊਂਟ 'ਚ ਪਾਈ ਜਾਂਦਾ, ਜਮ੍ਹਾਂ ਕਰੀ ਜਾਂਦਾ, ਤੇ ਫਿਰ ਮਹਾਰਾਜ ਕਹਿਣ ਲੱਗੇ ਅੱਗੇ ਦੌੜਦਾ ਰਹਿੰਦਾ ਕਮਾਈ ਕਰਨ ਵਾਸਤੇ। ਤ੍ਰਿਪਤੀ ਨਹੀਂ ਆਉਂਦੀ ਇਹਨੂੰ, ਰੱਜ ਨਹੀਂ ਆਉਂਦਾ, ਜੋੜ ਜੋੜ ਕੇ ਮਾਰੇ ਕਹਿੰਦੇ ਪਿੱਛੇ ਅਕਾਊਂਟ ਭਰੀ ਜਾਊਗਾ, ਫਿਰ ਵੀ ਭਾਵੇਂ ਕਿੰਨੇ ਹੀ ਪੈਸੇ ਜਮ੍ਹਾਂ ਕਰ ਲਵੇ, ਇਹਦੀ ਅੰਦਰ ਦੀ ਤ੍ਰਿਸ਼ਨਾ ਨਹੀਂ ਬੁਝਦੀ, ਰੱਜਦਾ ਨਹੀਂ। ਮਹਾਰਾਜ ਕਹਿੰਦੇ ਅੱਗੇ ਕਹਿੰਦੇ ਅਨੇਕ ਭੋਗ ਵਿਖਿਆ ਕੇ ਕਰੈ, ਤੇ ਬੰਦਾ ਅਨੇਕਾਂ ਵਿਸ਼ਿਆਂ ਦੇ ਭੋਗਾਂ ਨੂੰ ਭੋਗਦਾ। ਜਿਹੜੇ ਕਾਮ ਦਾ ਵਿਸ਼ਾ, ਉਹ ਕਹਿੰਦੇ ਨਾ ਕਾਮ ਬੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੂਕੈ। ਜਾਂ ਮਹਾਰਾਜ ਦੇ ਇੱਕ ਹੋਰ ਬਚਨ ਆਉਂਦਾ ਨਾ, ਸੁੰਦਰ ਨਾਰੀ ਅਨੇਕ ਪ੍ਰਕਾਰੀ, ਪਰ ਗ੍ਰਹਿ ਵਿਕਾਰੀ। ਬੰਦੇ ਦੀ ਇਹੋ ਜੀ ਮਾੜੀ ਆਦਤ ਹੈ, ਆਪਣੀ ਇਹਦੀ ਇਸਤਰੀ ਭਾਵੇਂ ਕਿੰਨੀ ਸੁੰਦਰ ਹੋਵੇ, ਪਰ ਫਿਰ ਵੀ ਮਹਾਰਾਜ ਕਹਿਣਗੇ ਪਰਾਈ ਇਸਤਰੀ ਦਾ ਮੋਹ ਇਸ ਨੂੰ ਆਪਣੇ ਵੱਲ ਖਿੱਚਦਾ ਹੀ ਜਾਊਗਾ। ਮਹਾਰਾਜ ਫਿਰ ਵੀ ਪਰਾਈ ਇਸਤਰੀ ਦੀ ਝਾਕ ਇਹਦੇ ਮਨ ਚੋਂ ਨਹੀਂ ਜਾਂਦੀ। ਮਹਾਰਾਜ ਕਹਿਣਗੇ ਇਹਦਾ ਸੁਭਾਅ ਇਹੋ ਜਿਹਾ ਬਣਿਆ ਹੋਇਆ। ਮਹਾਰਾਜ ਜਿਵੇਂ ਪਸ਼ੂ ਹੁੰਦਾ ਨਾ, ਪਸ਼ੂ ਉਹਦੀ ਆਪਣੀ ਖੁਰਲੀ ਦੇ ਵਿੱਚ ਭਾਵੇਂ ਹਰਾ ਹੀ ਪਿਆ ਹੋਵੇ ਬੜਾ ਸੁੰਦਰ, ਪਰ ਉਹਨੇ ਫਿਰ ਵੀ ਦੂਜੇ ਪਸ਼ੂ ਦੇ ਸੁੱਕੇ ਵੱਲ ਨੂੰ ਵੀ ਮੂੰਹ ਮਾਰਨ ਨੂੰ ਜਾਣਾ। ਮਹਾਰਾਜ ਕਹਿੰਦੇ ਇਹੀ ਸੁਭਾਅ ਇਹਦਾ। ਮਹਾਰਾਜ ਕਹਿੰਦੇ ਸੁੰਦਰ ਨਾਰੀ ਅਨੇਕ ਪ੍ਰਕਾਰੀ, ਪਰ ਗ੍ਰਹਿ ਵਿਕਾਰੀ। ਇਹਦੀ ਇਸਤਰੀ ਆਪਣੀ ਕਿੰਨੀ ਸੁੰਦਰ, ਪਰ ਫਿਰ ਵੀ ਪਰਾਏ ਘਰਾਂ ਵਿੱਚ ਵਿਕਾਰ ਭੋਗਣ ਤੋਂ ਨਹੀਂ ਹਟਦਾ। ਅਨੇਕ ਭੋਗ ਵਿਖਿਆ ਕੇ ਕਰੇ। ਮਹਾਰਾਜ ਕਹਿੰਦੇ ਅਨੇਕਾਂ ਵਿਸ਼ਿਆਂ ਦੇ ਭੋਗਾਂ ਨੂੰ ਭੋਗਦਾ, ਖਾਂਦਾ ਪੀਂਦਾ ਪਹਿਨਦਾ ਹੈ। ਨਹਿ ਤ੍ਰਿਪਤਾਵੈ ਖਪ ਖਪ ਮਰੈ। ਮਹਾਰਾਜ ਕਹਿੰਦੇ ਰੱਜਦਾ ਨਹੀਂ, ਖਪ ਖਪ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਇੱਕ ਦਿਨ ਅੰਤ ਹੋ ਜਾਂਦਾ ਇਹਦਾ, ਰੱਜਦਾ ਨਹੀਂ। ਮਹਾਰਾਜ ਕਹਿੰਦੇ ਹਾਲਤ ਇਹਦੀ ਇਹ ਆ, ਦੇਖ ਲਓ। ਅੱਗੇ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੈ। ਕਹਿੰਦੇ ਸੰਤੋਖ ਤੋਂ ਬਿਨਾ ਕੋਈ ਰੱਜਦਾ ਹੀ ਨਹੀਂ ਬੰਦਾ। ਜਦੋਂ ਤੱਕ ਬੰਦੇ ਦੇ ਮਨ 'ਚ ਸੰਤੋਖ ਨਾ ਹੋਵੇ, ਉਦੋਂ ਤੱਕ ਇਹਨੂੰ ਕਦੇ ਰੱਜ ਹੀ ਨਹੀਂ ਆ ਸਕਦਾ। ਮਹਾਰਾਜ ਅੰਦਰ ਸੰਤੋਖ ਹੋਵੇ ਫਿਰ ਬੰਦੇ ਨੂੰ ਰੱਜ ਆਉਂਦਾ, ਫਿਰ ਬੰਦੇ ਦੀ ਤ੍ਰਿਸ਼ਨਾ ਮਿਟਦੀ ਹੈ। ਵਿਸ਼ਿਆਂ ਵੱਲੋਂ ਵੀ ਸੰਤੋਖ ਹੋਣਾ ਚਾਹੀਦਾ, ਧਨ ਵੱਲੋਂ ਵੀ ਸੰਤੋਖ ਹੋਵੇ, ਫਿਰ ਬੰਦੇ ਦੇ
ਫਿਰ ਬੰਦੇ ਨੂੰ ਰੱਜ ਆਉਂਦਾ, ਨਹੀਂ ਤਾਂ ਸੰਤੋਖ ਤੋਂ ਬਿਨਾਂ ਰੱਜ ਆਉਂਦਾ ਹੀ ਨਹੀਂ ਬੰਦੇ ਨੂੰ। ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਮਹਾਰਾਜ ਕਹਿਣ ਲੱਗੇ ਬਾਕੀ ਤਾਂ ਫਿਰ ਪਦਾਰਥਾਂ ਨੂੰ ਇਕੱਠੇ ਕਰਨ ਦੀ ਜਿਹੜੀ ਲਾਲਸਾ, ਉਹ ਤਾਂ ਇਦਾਂ ਜਿਵੇਂ ਸੁਪਨੇ ਦੇ ਵਿੱਚ ਕਈ ਵਾਰ ਬੰਦਾ ਰਾਜਾ ਬਣ ਕੇ ਬਹਿ ਜਾਂਦਾ ਨਾ, ਅੱਖ ਖੁੱਲਦੀ ਹੈ ਫਿਰ ਭਿਖਾਰੀ ਦਾ ਭਿਖਾਰੀ। ਇਹ ਤਾਂ ਮਹਾਰਾਜ ਕਹਿੰਦੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਸੁਪਨੇ ਦੇ ਮਨੋਰਥਾਂ ਵਰਗੇ ਸਾਰੇ ਕੰਮ ਵਿਅਰਥ ਹੀ ਹੈ। ਮਹਾਰਾਜ ਕਹਿੰਦੇ ਜਿਵੇਂ ਸੁਪਨੇ ਦੇ ਵਿੱਚ ਭਾਵੇਂ ਰਾਜਾ ਹੋਵੇ, ਉਹਦਾ ਅਸਲੀ ਜ਼ਿੰਦਗੀ 'ਚ ਕੀ ਕੰਮ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬਿਨਾਂ ਸੰਤੋਖ ਤੋਂ ਤਾਂ ਨਾ ਬੰਦੇ ਦੇ ਸਾਰੇ ਕਾਰਜ ਵਿਅਰਥ ਹੀ ਨੇ। ਜਿਵੇਂ ਸੁਪਨੇ ਦੇ ਵਿੱਚ ਬੰਦੇ ਦੇ ਭੋਗੇ ਹੋਏ ਸੁੱਖ ਵਿਅਰਥ ਹੁੰਦੇ ਨੇ, ਉਹਨਾਂ ਨੂੰ ਅਸਲੀ ਲਾਈਫ 'ਚ ਥੋੜੀ ਭੋਗ ਸਕਦਾ ਬੰਦਾ। ਅੱਗੇ ਮਹਾਰਾਜ ਬਚਨ ਕਰਦੇ ਹਨ, ਨਾਮ ਰੰਗ ਸਰਬ ਸੁਖ ਹੋਏ। ਜਿਨ੍ਹਾਂ ਦੇ ਅੰਦਰ ਨਾਮ ਦਾ ਰੰਗ ਲੱਗ ਗਿਆ ਨਾ, ਬੰਦਗੀ ਕਰਦੇ, ਉਹਨਾਂ ਨੂੰ ਦੁਨੀਆ ਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਆ। ਬਟ ਭਾਗੀ ਕਿਸੇ ਪ੍ਰਾਪਤ ਹੋਏ। ਇਹ ਨਾਮ ਦਾ ਰੰਗ ਵੀ ਵੱਡਿਆਂ ਭਾਗਾਂ ਨਾਲ ਕਿਸੇ ਗੁਰਮੁਖ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ, ਕਿਸੇ ਵਿਰਲੇ ਨੂੰ ਹੀ ਨਾਮ ਦਾ ਰੰਗ ਚੜ੍ਹਦਾ। ਮਹਾਰਾਜ ਕਹਿੰਦੇ ਕਰਨ ਕਰਾਵਨ ਆਪੇ ਆਪ। ਉਹ ਆਪ ਹੀ ਸਾਰੇ ਕਾਰਨਾਂ ਨੂੰ ਕਰਨ ਵਾਲਾ ਤੇ ਅੱਗੋਂ ਉਹਨਾਂ ਨੂੰ ਪ੍ਰੇਰ ਕੇ ਕਰਵਾਉਣ ਵਾਲਾ ਆਪੇ ਆਪ ਹੀ ਹੈ ਵਾਹਿਗੁਰੂ। ਸਦਾ ਸਦਾ ਨਾਨਕ ਹਰਿ ਜਾਪ। ਇਸ ਕਰਕੇ ਇਹ ਭਾਈ ਤੂੰ ਸਦਾ ਸਦਾ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ, ਉਹਦੀ ਭਗਤੀ ਨੂੰ ਕਰ। ਅੱਗੇ ਮਹਾਰਾਜ ਕਹਿੰਦੇ ਕਰਨ ਕਰਾਵਨ ਕਰਨੈ ਹਾਰ। ਸਾਰੇ ਕਾਰਨਾਂ ਨੂੰ ਕਰਨ ਵਾਲਾ ਵੀ ਆਪ ਹੀ ਹੈ, ਉਹਨਾਂ ਤੋਂ ਅੱਗੇ ਸ੍ਰਿਸ਼ਟੀ ਪੈਦਾ ਕਰਾਉਣ ਵਾਲਾ ਵੀ ਵਾਹਿਗੁਰੂ ਆਪ ਹੀ ਹੈ। ਸਭ ਕੁਝ ਕਰਨ ਕਰਾਉਣ ਵਾਲਾ ਆਪ ਹੀ ਹੈ। ਇਸ ਕੈ ਹਾਥ ਕਹਾਂ ਵਿਚਾਰ। ਮਹਾਰਾਜ ਕਹਿਣ ਲੱਗੇ ਇਸ ਗੱਲ ਨੂੰ ਵਿਚਾਰ ਕੇ ਦੇਖੋ, ਇਸ ਵਿਚਾਰੇ ਜੀਵ ਦੇ ਹੱਥ 'ਚ ਕੀ ਹੈ। ਇਹਦੇ ਹੱਥ 'ਚ ਕੁਝ ਨਹੀਂ ਹੈਗਾ, ਸਭ ਪਰਮਾਤਮਾ ਦੇ ਹੱਥ 'ਚ ਹੈ। ਮਹਾਰਾਜ ਕਹਿੰਦੇ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਜਿਹੋ ਜੀ ਉਹ ਪਰਮਾਤਮਾ ਕਿਸੇ ਤੇ ਨਿਗਾਹ ਕਰਦਾ, ਉਦਾਂ ਦਾ ਹੀ ਬੰਦਾ ਹੋ ਜਾਂਦਾ। ਜੇ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਭਗਤ ਬਣ ਜਾਂਦਾ, ਵਾਹਿਗੁਰੂ ਨਾ ਨਿਗਾਹ ਕਰੇ ਤੇ ਪਾਪੀ ਬਣਨਾ ਹੀ ਬਣਨਾ ਫਿਰ ਬੰਦੇ ਨੂੰ। ਆਪੇ ਆਪ ਪ੍ਰਭ ਸੋਏ। ਤਿੰਨੇ ਕਾਲਾਂ ਦੇ ਵਿੱਚ ਭੂਤ ਕਾਲ, ਵਰਤਮਾਨ, ਭਵਿੱਖ, ਸਾਰੇ ਕਾਲਾਂ ਦੇ ਵਿੱਚ ਵਾਹਿਗੁਰੂ ਆਪੇ ਹੀ ਹੈ ਸਾਰੇ ਪਾਸੇ। ਜੋ ਕਿਛ ਕੀਨੋ ਸੋ ਆਪਣਾ ਰੰਗ। ਜੋ ਕੁਝ ਵੀ ਵਾਹਿਗੁਰੂ ਨੇ ਕੀਤਾ ਨਾ, ਆਪਣੇ ਆਨੰਦ ਵਿੱਚ ਹੀ ਕੀਤਾ। ਜੋ ਵੀ ਕਰਦਾ ਆਨੰਦ ਵਿੱਚ ਹੀ ਕਰਦਾ, ਤੇ ਜੋ ਅੱਗੇ ਤੋਂ ਕਰਨਾ ਉਹਨੇ ਆਨੰਦ 'ਚ ਹੀ ਕਰਨਾ, ਆਪਣੀ ਖੁਸ਼ੀ ਨਾਲ, ਆਪਣੇ ਆਨੰਦ ਨਾਲ ਹੀ ਕਰਦਾ। ਉਹ ਕਿਸੇ ਦੇ ਨਾ ਦਬਾਅ 'ਚ ਆ ਕੇ ਨਹੀਂ ਕਰਦਾ ਹੈ। ਉਹ ਜੋ ਵੀ ਕੁਝ ਕਰਦਾ ਆਪਣੇ ਆਨੰਦ ਵਿੱਚ ਕੀਤਾ ਉਸ ਵਾਹਿਗੁਰੂ ਨੇ। ਸਭ ਤੇ ਦੂਰ ਸਭ ਹੂ ਕੈ ਸੰਗ। ਫਿਰ ਉਹ ਐਸਾ ਸਾਰਿਆਂ ਤੋਂ ਦੂਰ ਹੈ ਪਰ ਸਾਰਿਆਂ ਦੇ ਨੇੜੇ ਵੀ ਹੈ। ਸਾਰਿਆਂ ਦੇ ਅੰਦਰ ਹੋਣੇ ਕਰਕੇ ਸਾਰਿਆਂ ਦੇ ਨੇੜੇ ਵੀ ਆ ਵਾਹਿਗੁਰੂ। ਬੂਝੈ ਦੇਖੈ ਕਰੈ ਵਿਵੇਕ। ਉਹ ਵਿਵੇਕ ਕਰਕੇ ਨਾ, ਗਿਆਨ ਦੇ ਨਾਲ, ਵਿਵੇਕ ਨੂੰ ਧਾਰਨ ਕਰਕੇ ਵਿਵੇਕ ਦੇ ਨਾਲ ਸਾਰਿਆਂ ਦੇ ਕੌਤਕਾਂ ਨੂੰ ਦੇਖਦਾ। ਤੇ ਵਾਹਿਗੁਰੂ ਫਿਰ ਆਪ ਸਾਰੇ ਜੀਵਾਂ ਨੂੰ ਪੈਦਾ ਕਰਦਾ, ਤੇ ਪੈਦਾ ਕਰਕੇ ਉਹਨਾਂ ਦੇ ਕੌਤਕਾਂ ਨੂੰ ਦੇਖਦਾ ਹੈ। ਫਿਰ ਸਾਰਿਆਂ ਦੇ ਅੰਦਰ ਦੀ ਬੁੱਝਦਾ ਵੀ ਵਾਹਿਗੁਰੂ ਆਪ ਹੀ ਹੈ, ਅੰਤਰਜਾਮੀ ਵੀ ਆ। ਆਪ ਹੈ ਏਕ ਆਪ ਹੈ ਅਨੇਕ। ਆਪ ਹੀ ਤਾਂ ਵਾਹਿਗੁਰੂ ਉਹ ਜਦੋਂ ਉਹਦਾ ਜੀ ਕਰਦਾ ਸਾਰੀ ਸ੍ਰਿਸ਼ਟੀ ਨੂੰ ਪਰਲੋ ਕਰਕੇ ਆਪ ਇੱਕ ਰਹਿ ਜਾਂਦਾ, ਤੇ ਜਦੋਂ ਉਹਦਾ ਜੀ ਕਰਦਾ ਫਿਰ ਸਾਰੀ ਸ੍ਰਿਸ਼ਟੀ ਨੂੰ ਸਾਜ ਦਿੰਦਾ, ਫਿਰ ਅਨੇਕ ਰੂਪ ਹੋ ਜਾਂਦਾ। ਆਪੇ ਹੀ ਇੱਕ ਹੈ ਤੇ ਆਪੇ ਹੀ ਅਨੇਕ ਰੂਪ ਵੀ ਆਪ ਹੀ ਹੈ ਤੇ ਏਕ ਰੂਪ ਵੀ ਆਪ ਹੀ ਹੈ। ਮਰੈ ਨਾ ਬਿਨਸੈ ਆਵੈ ਨਾ ਜਾਏ। ਉਹ ਮਰ ਕੇ ਨਾਸ ਨਹੀਂ ਹੁੰਦਾ, ਤੇ ਨਾ ਪੈਦਾ ਹੋ ਕੇ ਆਉਂਦਾ, ਤੇ ਨਾ ਮਰ ਕੇ ਜਾਂਦਾ ਵਾਹਿਗੁਰੂ। ਨਾਨਕ ਸਦ ਹੀ ਰਹਿਆ ਸਮਾਏ। ਉਹ ਵਾਹਿਗੁਰੂ ਸਦਾ ਹੀ ਸਾਰੇ ਪਾਸੇ ਸਮਾ ਰਿਹਾ ਹੈ, ਲੀਨ ਹੋ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿੱਚ ਉਸ ਦੀ ਜੋਤ ਹੈ। ਇਸ ਤਰ੍ਹਾਂ ਆਪਣੇ 3 ਪੌੜੀਆਂ ਸੁਣੀਆਂ। ਹੋਈਆਂ ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।